ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਵੌਇਸ ਆਫ ਪੰਜਾਬ। ਮੈਂ ਜਿੰਦੀ ਮਰਜਾਣੀ ਤੇ ਅੱਜ ਅਸੀਂ ਪਹੁੰਚੇ ਹੋਏ ਹਾਂ ਚੰਬੂ ਬਾਰਡਰ ਦੇ ਉੱਤੇ। ਚੰਬੂ ਬਾਰਡਰ ਦੇ ਉੱਤੇ ਤਾਂ ਪਹੁੰਚੇ ਹੋਏ ਹਾਂ, ਆਪਾਂ ਨੂੰ ਪਤਾ ਆ ਕਿ ਕੱਲ ਨੂੰ ਦਿੱਲੀ ਦੇ ਵਿੱਚ KMP ਹਾਈਵੇ ਜਿਹੜਾ ਹੈਗਾ ਆ ਕਿਸਾਨਾਂ ਵੱਲੋਂ ਜਿਹੜਾ ਹੈਗਾ ਆ ਉੱਥੇ ਧਰਨਾ ਦਿੱਤੇ ਜਾਣੇ ਆ, ਉਹਨੂੰ ਬਲੌਕ ਕੀਤਾ ਜਾਣਾ, ਉਹਨੂੰ ਜਾਮ ਕੀਤਾ ਜਾਣਾ ਆ। ਤੇ ਇਸ ਟਾਈਮ ਅਸੀਂ ਸ਼ੰਭੂ ਬਾਰਡਰ ਦੇ ਉੱਤੇ ਆ। ਪਿੱਛੇ ਮੇਰੇ ਦੇਖ ਸਕਦੇ ਹੋ ਕਿਸਾਨਾਂ ਵੱਲੋਂ ਤਿਆਰੀਆਂ ਜਿਹੜੀਆਂ ਆ ਦਿੱਲੀ ਜਾਣ ਦੀਆਂ ਪੂਰੀਆਂ ਹੋ ਚੁੱਕੀਆਂ ਆ ਤੇ ਪਿੱਛੇ ਬੱਸ ਵੀ ਖੜੀ ਆ। ਤੇ ਦੱਸਦੇ ਚੱਲੀਏ ਕਿ ਲੱਖੇ ਸਿਧਾਣੇ ਦਾ ਕਾਫਲਾ ਜਿਹੜਾ ਹੈਗਾ ਆ ਉਹ ਮਸਤੂਆਣਾ ਸਾਹਿਬ ਤੋਂ ਚੱਲ ਕੇ ਐਸੇ ਹਾਈਵੇ ਤੋਂ ਜਾ ਕੇ ਅੰਬਾਲੇ ਵਿੱਚ ਦੀ ਦਿੱਲੀ ਵੱਲ ਨੂੰ ਉਹਨਾਂ ਨੇ ਕੂਚ ਕਰਨਾ ਆ। ਤੇ ਮੇਰੇ ਪਿੱਛੇ ਜਿਹੜੀ ਬੱਸ ਖੜੀ ਆ, ਕੋਸ਼ਿਸ਼ ਕਰਦੇ ਆ ਕਿ ਉਹਨਾਂ ਦੇ ਨਾਲ ਵੀ ਆਪਾਂ ਗੱਲਾਂ ਬਾਤਾਂ ਕਰੀਏ ਤੇ ਸ਼ੰਭੂ ਮੋਰਚੇ ਦੇ ਉੱਤੇ ਜਿਹੜੇ ਬੈਠੇ ਹੋਏ ਸਾਡੇ ਕਿਸਾਨ ਵੀਰ ਆ ਉਹਨਾਂ ਨਾਲ ਵੀ ਗੱਲਾਂ ਬਾਤਾਂ ਕਰਾਂਗੇ ਤੇ ਕੀ ਤਿਆਰੀਆਂ ਉਹਨਾਂ ਵੱਲੋਂ ਹੈਗੀਆਂ ਇਸ KMP ਨੂੰ ਜਾਮ ਕਰਨ ਵਾਸਤੇ। ਤੇ ਚੱਲਦੇ ਆ, ਕਰਦੇ ਆ ਗੱਲਾਂ ਬਾਤਾਂ। ਦੋਸਤੋ ਆ ਜਾਓ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਅੱਜ ਜਿਹੜਾ ਬੱਸ ਦੇ ਵਿੱਚ ਤੁਸੀਂ ਸ਼ੰਭੂ ਬਾਰਡਰ ਤੇ ਖੜੇ ਆ ਤੇ ਪਹਿਲਾਂ ਤਾਂ ਆਪਣਾ ਨਾਮ ਦੱਸੋ ਤੇ ਕਿੱਥੋਂ ਆਏ ਹੋ? ਅਮਰਿੰਦਰ ਸਿੰਘ, ਲੋਧੀ ਮਾਜਰਾ, ਰੋਪੜ ਤੋਂ। ਤੇ ਬੱਸ ਜਿਹੜੀ ਹੈਗੀ ਆ ਭਰ ਕੇ ਦਿੱਲੀ ਨੂੰ ਕੂਚ ਕਰਨਾ? ਹਾਂਜੀ, ਦਿੱਲੀ ਜਾ ਰਹੇ ਆ। ਤੇ ਕੱਲ ਨੂੰ ਜਿਹੜਾ KMP ਦਾ ਜਾਮ ਕਰਨਾ ਆ, ਪੂਰੀਆਂ ਤਿਆਰੀਆਂ ਉਹਦੀਆਂ? ਹਾਂਜੀ ਹਾਂਜੀ, ਜਿੱਦਾਂ ਦਾ ਸਾਡੇ ਉੱਪਰ ਤੋਂ ਆਗੂਆਂ ਦਾ ਆਰਡਰ ਹੋਊਗਾ ਅਸੀਂ ਉੱਦਾਂ ਫੋਲੋ ਕਰਾਂਗੇ। ਬਾਕੀ ਆਪਣੀ ਤਰਫ ਤੇ ਸਾਡਾ ਕੋਈ ਉਹ ਨਹੀਂ ਹੋਊਗਾ, ਜਿੱਦਾਂ ਪਹਿਲਾਂ ਵੀ ਹੋ ਚੁੱਕਿਆ ਹੈ 26 ਜਨਵਰੀ ਵਾਲਾ ਕਾਂਡ ਵੀ ਇੱਦਾਂ ਦਾ ਨਹੀਂ। ਜੋ ਆਗੂਆਂ ਦਾ ਦਿਸ਼ਾ ਨਿਰਦੇਸ਼ ਹੋਣਗੇ ਉਸ ਤਰ੍ਹਾਂ ਚੱਲਿਆ ਜਾਊਗਾ। ਤੇ ਜਿੱਦਾਂ ਹੁਣ ਨੌਜਵਾਨ ਵੀ ਤੁਹਾਡੇ ਨਾਲ ਹੈਗੇ, ਯੰਗਸਟਰਸ ਵੀ ਹੈਗੇ ਆ ਤੇ ਦਿਖਾਵਾਂਗੇ ਦੋਸਤੋ ਆਪਾਂ ਤੁਹਾਨੂੰ ਬੱਸ ਦੇ ਵਿੱਚ ਵੜ ਕੇ ਵੀ ਸਾਰੇ ਜਿਹੜੇ ਸਾਡੇ ਨਾਲ ਸਾਡੇ ਕਿਸਾਨ ਵੀਰ ਹੈਗੇ ਆ। ਜਿੱਦਾਂ ਤੁਸੀਂ ਗੱਲ ਕੀਤੀ ਹੈ ਕਿ 26 ਤਰੀਕ ਨੂੰ ਜੋ ਹੈਪਨ ਹੋਇਆ ਆ, ਉਸ ਤੋਂ ਬਾਅਦ ਕੀ ਸਿੱਖਿਆ ਆਪਾਂ ਨੂੰ ਲੈ ਕੇ ਤੁਰਨਾ ਚਾਹੀਦਾ? ਦੇਖੋ, ਅਸੀਂ ਸਹੀ ਵੀ ਨਹੀਂ ਕਹਾਂਗੇ, ਗਲਤ ਵੀ ਨਹੀਂ ਕਹਾਂਗੇ, ਹੈ ਨਾ। ਸਰਕਾਰ ਵੀ ਬਹੁਤ ਕੁਝ ਗਲਤ ਕਰ ਰਹੀ ਆ, ਲੇਕਿਨ ਸਾਡਾ ਇੱਕ ਵੀ ਗਲਤ ਕਦਮ ਆ ਉਹ ਨਿਗਾਹ ਵਿੱਚ ਆਉਣਾ ਹੈ, ਚੱਕਿਆ ਜਾਣਾ, ਉਹਨੂੰ ਉਛਾਲਿਆ ਜਾਣਾ, ਹੈ ਨਾ ਜੀ। ਜਿਹੜੀ ਧਿਰ ਪਾਵਰ ਵਿੱਚ ਹੁੰਦੀ ਆ ਉਹ ਜਿੰਨਾ ਮਰਜ਼ੀ ਗਲਤ ਕਰ ਜੇ ਕੋਈ ਨਹੀਂ ਪੁੱਛਦਾ ਹੈਗਾ। ਤੁਸੀਂ ਪੁੱਛ ਵੀ ਲਓ ਤਾਂ ਵੀ ਕੋਈ ਫਾਇਦਾ ਨਹੀਂ ਹੈ, ਕੋਈ ਮਤਲਬ ਸਾਹਮਣੇ ਤੋਂ ਚੰਗਾ ਜਵਾਬ ਤਾਂ ਆਉਣਾ ਨਹੀਂ ਹੈਗਾ। ਸਾਡੀਆਂ ਕਮੀਆਂ ਕੱਢੀਆਂ ਜਾਣੀਆਂ, ਇਸ ਕਰਕੇ ਅਸੀਂ ਕਮੀਆਂ ਤੋਂ ਬਚਣਾ ਬਸ, ਵੀ ਸਾਡੇ 'ਚ ਕਮੀ ਨਾ ਨਿਕਲੇ ਕੋਈ। ਤੇ ਕਮੀ ਜੇਕਰ ਅਸੀਂ ਜਿੱਦਾਂ ਕਹਿੰਦੇ ਹੁੰਦੇ ਆ ਕਿ ਜਾਣ ਬੁੱਝ ਕੇ ਵੀ ਕਈ ਵਾਰ ਇਦਾਂ ਦੀਆਂ ਹਰਕਤਾਂ ਕਰ ਲਈਆਂ ਹੁੰਦੀਆਂ, ਤੇ ਕਿਉਂ ਜਿੱਦਾਂ ਹੈਗਾ ਕਿ ਜਦੋਂ ਕਿਸਾਨਾਂ ਨੂੰ ਪਤਾ ਆ ਕਿ ਸਾਨੂੰ ਜਿੱਦਾਂ ਕਹਿੰਦੇ ਹੁੰਦੇ ਆ ਸੋਚ ਸਮਝ ਕੇ ਪੈਰ ਪੁੱਟਣੇ ਚਾਹੀਦੇ ਆ, ਤੇ ਫਿਰ ਗਲਤੀਆਂ ਜਿਹੜੀਆਂ ਹੈਗੀਆਂ ਆਪਾਂ ਫਿਰ ਕਿਉਂ ਉਹ ਦੁਹਰਾਉਣ ਦਾ ਵੀ ਸੋਚਾਂਗੇ ਕਿ ਇਹ ਦੂਸਰੀ ਵਾਰ ਇਦਾਂ ਦਾ ਕੋਈ ਹੈਪਨ ਹੋਵੇ? ਨਹੀਂ, ਗਲਤੀਆਂ ਦੁਹਰਾਉਣ ਦਾ ਤਾਂ ਦੇਖੋ ਜੀ ਇੱਕ ਗੱਲ ਹੈ ਜੀ, ਵੀ ਜਿਹੜੀ ਧਿਰ ਨੇ ਸਾਡੇ 'ਚ ਨੁਕਸ ਕੱਢਣਾ ਹੈ ਉਹਨੇ ਸਾਡੀ ਚੰਗੀ 'ਚ ਵੀ ਨੁਕਸ ਕੱਢਣਾ ਹੈ, ਠੀਕ ਹੈ ਜੀ। ਵੀ ਬਿਹਤਰ ਇਹ ਹੈ ਵੀ ਅਸੀਂ ਕੋਈ ਨੁਕਸ ਦਾ ਮੌਕਾ ਨਾ ਦਈਏ, ਅਗਲੇ ਨੂੰ ਗੱਲ ਕਹਿਣ ਦਾ ਕੋਈ ਮੌਕਾ ਨਾ ਦਈਏ, ਅਸੀਂ ਆਪਣੇ ਵੱਲੋਂ ਰੱਖੀਏ ਥੋੜ੍ਹਾ ਜਿਹਾ, ਠੀਕ ਨਹੀਂ? ਵੀ ਸਾਡਾ ਇਹ ਚਾਹੀਦਾ ਹੈ ਵੀ ਅਸੀਂ ਆਪਣੇ ਵੱਲੋਂ ਨਾ ਕੋਈ ਮੌਕਾ ਦਈਏ ਕਹਿਣ ਦਾ। ਫਿਰ ਵੀ ਕੋਈ ਕਹਿੰਦਾ ਤਾਂ ਉਹ ਉਹਨਾਂ ਦੀ ਮਰਜ਼ੀ ਆ, ਠੀਕ ਨਹੀਂ? ਦੇਖੋ ਇੱਕ ਗੱਲ ਹੈ ਜੀ, ਇੱਕ ਮੇਨ ਛੋਟੀ ਜਿਹੀ ਉਦਾਹਰਨ ਆ। ਨਮਕ ਅਸੀਂ ਬਚਪਨ 'ਚ ਦੇਖਿਆ ਹੈ ਜੀ, ਦੁਕਾਨ ਦੇ ਬਾਹਰ ਪਿਆ ਹੁੰਦਾ ਤਾਂ ਬਿਨਾਂ ਤਾਲੇ ਤੋਂ ਪਿਆ ਹੁੰਦਾ ਤਾਂ ਕੋਈ ਚੱਕਦਾ ਨਹੀਂ ਸੀ ਹੁੰਦਾ। ਕਿਉਂ ਨਹੀਂ ਸੀ ਚੱਕਦਾ? ਕਿਉਂਕਿ ਕੀਮਤ ਨਹੀਂ ਸੀ ਨਮਕ ਦੀ, ਕੋਈ ਕੀਮਤ ਨਹੀਂ ਦੀ। ਅੱਜ ਮੈਂ ਦਾਅਵੇ ਨਾਲ ਕਹਿ ਸਕਦਾ ਹੈ, ਤੁਸੀਂ ਅੱਜ ਟਾਟਾ ਨਮਕ ਦੁਕਾਨ ਤੋਂ ਬਾਹਰ ਰੱਖ ਦਿਓ, ਜੇ ਸਵੇਰੇ ਮਿਲ ਜੇ ਤਾਂ ਮੈਨੂੰ ਕਹਿ ਦਿਓ, ਨਹੀਂ ਮਿਲੇਗਾ। ਕਿਉਂਕਿ ਅੱਜ 25 ਰੁਪਏ ਦੀ ਥੈਲੀ ਹੈ ਜੀ ਨਮਕ ਦੀ, ਕਿਲੋ ਦੀ। 25 ਰੁਪਏ ਆਟਾ ਹੈ, 25 ਰੁਪਏ ਨਮਕ ਆ। ਦੇਖੋ ਫਸਲ ਆ ਰਹੀ ਹੈ ਜੀ, ਖੇਤਾਂ 'ਚ ਖੜੀ ਆ, ਹਜੇ ਵਢਾਈ ਨਹੀਂ ਹੋਈ, ਬਹੁਤ ਘੱਟ ਕਟਾਈ ਹੋਈ ਆ, ਠੀਕ ਹੈ ਜੀ। ਫਸਲ ਕੱਟਣ ਤੋਂ ਪਹਿਲਾਂ ਜੋ ਰੇਟ ਹੁੰਦਾ ਦਾ ਫਸਲ ਦਾ, ਜੇ 1900 ਰੇਟ ਚੱਲਿਆ ਹੈ ਨਾ, ਤਾਂ ਫਸਲ ਕੱਟਣ ਦੇ ਟਾਈਮ ਨੂੰ ਉਹ ਰੇਟ 2200 ਤੱਕ ਪਹੁੰਚਦਾ ਸੀ। ਇਸ ਵਾਰ ਹਾਲਾਂਕਿ ਕਾਨੂੰਨ ਪੂਰੀ ਤਰ੍ਹਾਂ ਲਾਗੂ ਨਹੀਂ ਹੋਏ ਹੈਗੇ, ਇਸ ਵਾਰ ਫਸਲ ਕੱਟਣ ਨੂੰ ਖੜੀ ਆ। ਇਸ ਵਾਰ ਰੇਟ ਜੋ ਚੱਲ ਰਿਹਾ ਹੈ ਉਹ 1700 ਰੁਪਏ ਚੱਲ ਰਿਹਾ ਹੈ, 1600 ਰੁਪਏ ਚੱਲ ਰਿਹਾ ਹੈ। ਕਿਉਂ ਚੱਲ ਰਿਹਾ ਹੈ? ਹਜੇ ਤਾਂ MSP ਦੀ ਗੱਲ ਕਰ ਰਹੇ ਆ, ਕਿੱਥੇ MSP ਚਲੇਗੀ? MSP 1925 ਦੀ ਸੀ ਪਿਛਲੇ ਸਾਲ, ਉਹ MSP ਹੁਣ ਖਤਮ ਕਿਉਂ ਹੋ ਗਈ? ਹਾਲੇ ਤਾਂ ਕਾਨੂੰਨ ਲਾਗੂ ਨਹੀਂ ਹੋਏ, ਜਦੋਂ ਲਾਗੂ ਹੋ ਗਏ ਉਦੋਂ ਕੀ ਹੋਊਗਾ? ਇਹ ਸੋਚਣ ਵਾਲੀ ਗੱਲ ਹੈ ਜੀ। ਦੇਖੋ ਜ਼ਿਮੀਂਦਾਰ ਆਪਣੇ ਜੋਗੀ ਪੈਦਾ ਕਰਕੇ ਖਾ ਸਕਦਾ ਹੈ। ਸਭ ਤੋਂ ਬੜੀ ਚਿੰਤਾ ਉਹਨਾਂ ਲੋਕਾਂ ਵਾਸਤੇ ਹੈ ਜੋ ਸ਼ਹਿਰਾਂ 'ਚ ਵਸਦੇ ਆ ਜਾਂ ਜਿਨ੍ਹਾਂ ਦੇ ਕੋਲ ਜ਼ਮੀਨ ਹੈ ਨਹੀਂ, ਠੀਕ ਹੈ ਜੀ। ਜ਼ਿਮੀਂਦਾਰ ਦੇ ਕੋਲ ਤੁਸੀਂ ਚਲੇ ਜਾਓ ਜੀ, ਖੇਤ ਦੇ ਵਿੱਚ ਚਲ ਜਾਓ, ਕਿਸੇ ਕੋਲ ਵੀ ਤੁਸੀਂ ਕਹੋ ਜੀ ਮੂਲੀਆਂ ਲੈਣੀਆਂ ਜਾਂ ਕੋਈ ਹੋਰ ਸਬਜ਼ੀ ਖੜੀ ਆ ਲੈਣੀ ਆ, ਤਾਂ ਜ਼ਿਮੀਂਦਾਰ ਕਹਿੰਦਾ ਜੋ ਤੋੜ ਦਾ ਜਿੰਨੀ ਚਾਹੀਦੀ ਆ,
ਕਿਸੇ ਲਾਲੇ ਦੀ ਦੁਕਾਨ ਤੇ ਇੱਕ ਟੌਫੀ ਚੱਕ ਲਓ, ਅਗਲਾ ਕਹਿੰਦਾ ਜੀ ਰੁਪਈਆ ਰੱਖ ਪਹਿਲਾਂ। ਜ਼ਿਮੀਂਦਾਰ ਦਾ ਜੋ ਦਿਲ ਹੈ ਉਹ ਕਿਸੇ ਕਾਰਪੋਰੇਟ ਘਰਾਣੇ ਦਾ ਨਹੀਂ ਹੈਗਾ, ਠੀਕ ਹੈ ਜੀ। ਜ਼ਿਮੀਂਦਾਰ ਪੈਦਾ ਕਰਦਾ ਹੈ ਆਪ ਖੁਦ, ਅਸੀਂ ਖੁਦ ਜ਼ਿਮੀਂਦਾਰ ਆ ਜੀ। ਜ਼ਿਮੀਂਦਾਰ ਨੇ ਉਹ ਚੀਜ਼ ਖਾਣੀ ਆ ਜਿਹੜੀ ਮਾਰਕੀਟ 'ਚ ਨਹੀਂ ਵਿਕੀ, ਵਧੀਆ ਚੀਜ਼ ਪੈਦਾ ਕਰਕੇ ਅੱਗੇ ਦੇਣੀ ਆ, ਹੈ ਨਾ ਜੀ। ਆਪ ਖਾਣੀ ਆ ਮਾੜੀ ਚੀਜ਼। ਕੋਈ ਵੀ ਬੰਦਾ ਹੈ ਚੀਜ਼ ਪੈਦਾਵਾਰ ਕਰਦਾ ਹੈ ਜਾਂ ਕੋਈ ਫੈਕਟਰੀ ਵਾਲਾ ਹੈ ਜਾਂ ਕੁਛ ਹੈ, ਵਧੀਆ ਬ੍ਰਾਂਡ ਆਪਣੇ ਵਾਸਤੇ ਰੱਖਦਾ ਹੈ, ਲੇਕਿਨ ਜ਼ਿਮੀਂਦਾਰ ਆਪਣੇ ਵਾਸਤੇ ਵਧੀਆ ਨਹੀਂ ਰੱਖਦਾ। ਚਲੋ ਹੁਣ ਤੁਸੀਂ ਦਿੱਲੀ ਜਾ ਰਹੇ ਹੋ ਤੇ ਕਿੰਨੇ ਦਿਨ ਉੱਥੇ ਠਹਿਰਨ ਦਾ ਇਰਾਦਾ ਆ? ਦੇਖੋ ਸਾਡਾ ਜਥੇ ਇੱਕ ਚੱਲ ਜਾਂਦਾ, ਦੂਜਾ ਆ ਜਾਂਦਾ ਹੈ। ਜਦੋਂ ਤੱਕ ਦੂਜਾ ਇਧਰੋਂ ਨਹੀਂ ਜਾਂਦਾ ਅਸੀਂ ਉੱਥੇ ਹੀ ਆ। ਜਦੋਂ ਇਧਰੋਂ ਨਵੇਂ ਚਲੇ ਗਏ ਅਸੀਂ ਵਾਪਸ ਆ ਜਾਣਾ ਜੀ। ਤੁਸੀਂ ਰਾਜਪੁਰਾ ਜ਼ਿਲ੍ਹਾ ਪਟਿਆਲਾ ਤੋਂ ਬੇਜ਼ਮੀਨਾਂ ਹਾਂ, ਪਰ ਇਹ ਮੋਦੀ ਜੋ ਜ਼ਮੀਨਾਂ ਵਾਲਿਆਂ ਨੂੰ ਤੇ ਬੇਜ਼ਮੀਨਾਂ ਨੂੰ ਉਜਾੜਨ ਲੱਗਿਆ, ਉਹਦੇ ਖਿਲਾਫ ਅਸੀਂ ਸਾਰੇ ਭਾਰਤ ਵਰਸ਼ ਦੇ ਲੋਕ ਇਕੱਠੇ ਹੋ ਕੇ ਮੋਦੀ ਨੂੰ ਕੁਰਸੀ ਤੋਂ ਲਾਉਣ ਦੇ ਲਈ ਤਿਆਰ ਹਾਂ। ਉਹ ਪੜ੍ਹੇ ਲਿਖੇ ਨੌਜਵਾਨ ਡਿਗਰੀਆਂ ਕਰਕੇ ਨੌਕਰੀ ਦੀ ਭਾਲ ਵਿੱਚ ਟੂਰ ਪੈਣ ਤੜਕੇ ਫਿਰਦੇ ਵਿਚਾਰੇ ਮਾਰੇ ਆ ਲੋਕ ਨੇ ਜਵਾਬ ਮੰਗਦੇ, ਕੁਝ ਬੋਲ ਤੂੰ ਮੋਦੀ ਸਰਕਾਰੇ, ਆ ਲੋਕ ਨੇ ਜਵਾਬ ਮੰਗਦੇ। ਹਟੀ ਨਾ ਗਰੀਬੀ ਸਗੋਂ ਵਧੀ ਭੁੱਖ ਨੰਗ ਵਈ, ਲੋਕ ਮਹਿੰਗਾਈ ਹੱਥਾਂ ਬਹੁਤੇ ਹੋ ਗਏ ਤੰਗ ਵਈ, ਉਹ ਤੈਨੂੰ ਪਿੱਟਦੇ ਗਰੀਬ ਰਲ ਸਾਰੇ, ਆ ਲੋਕ ਨੇ ਜਵਾਬ ਮੰਗਦੇ, ਕੁਝ ਬੋਲ ਤੂੰ ਮੋਦੀ ਸਰਕਾਰੇ, ਆ ਲੋਕ ਨੇ ਜਵਾਬ ਮੰਗਦੇ। ਗੋਲੀਆਂ ਸੰਗੀਨਾਂ ਨਾਲ ਲੋਕਾਂ ਨੂੰ ਡਰਾ ਲਿਆ, ਤਾਕਤ ਦਾ ਜ਼ੋਰ ਵੀ ਤੂੰ ਵੱਧ ਅਜ਼ਮਾ ਲਿਆ, ਹੁਣ ਤੱਕ ਲਾਉਂਦੇ ਰਹੇ ਲਾਰੇ, ਆ ਲੋਕ ਨੇ ਜਵਾਬ ਮੰਗਦੇ, ਕੁਝ ਬੋਲ ਤੂੰ ਮੋਦੀ ਸਰਕਾਰੇ, ਆ ਲੋਕ ਨੇ ਜਵਾਬ ਮੰਗਦੇ। ਆਪਣੀਆਂ ਕੀਤੀਆਂ ਤੇ ਤੈਨੂੰ ਰੋਣਾ ਪਏਗਾ, ਸਾਡੇ ਵਿੱਚ ਆ ਕੇ ਵੀ ਖਲੋਣਾ ਤੈਨੂੰ ਪਏਗਾ, ਆਪਣੀਆਂ ਕੀਤੀਆਂ ਤੇ ਤੈਨੂੰ ਰੋਣਾ ਪਏਗਾ, ਵੋਟਾਂ ਲਈ ਲੋਕਾਂ ਵਿੱਚ ਖੜਾ ਹੋਣਾ ਪਏਗਾ, ਉਹ ਫਿਰ ਇਕੱਠੇ ਹੋ ਕੇ ਪੁੱਛ ਲਾਂਗੇ ਸਾਰੇ, ਆ ਲੋਕ ਨੇ ਜਵਾਬ ਮੰਗਦੇ, ਕੁਝ ਬੋਲ ਤੂੰ ਮੋਦੀ ਸਰਕਾਰੇ, ਇਨਕਲਾਬ ਜਿੰਦਾਬਾਦ। ਦੋਸਤੋ ਦਿਖਾਲਦੇ ਆ ਆਪਾਂ ਬੱਸ ਦੇ ਵਿੱਚ ਜਾ ਕੇ ਵੀ, ਤੇ ਬੱਸ ਦੇ ਵਿੱਚ ਜਿਹੜੇ ਸਾਡੇ ਦੋਸਤ ਬੈਠੇ ਆ, ਤੇ ਕੈਮਰਾਮੈਨ ਨੂੰ ਕਹੂੰਗੀ ਕਿ ਮਰਾ ਦੇਣ ਥੋੜੀ ਜੀ ਇੱਕ ਝਾਤੀ। ਬੱਸ ਦੇ ਵਿੱਚ ਬੈਠੇ ਸਾਡੇ ਕਿਸਾਨ ਵੀਰ ਜੋ ਦਿੱਲੀ ਵਿੱਚ ਦੀ ਜਾਣ ਦੀ ਤਿਆਰੀਆਂ ਦੇ ਵਿੱਚ ਹੈਗੇ ਆ, ਕੁਛ ਕਰ ਕੱਲ ਨੂੰ ਜਿਹੜਾ KMP ਦਾ ਘਰਾਓ ਕਰਨਾ, KMP ਨੂੰ ਜਾਮ ਕਰਨਾ ਆ, ਉਹਨਾਂ ਦੀਆਂ ਫੁੱਲ ਤਿਆਰੀਆਂ ਲੈ ਕੇ ਚੱਲੇ ਪਾ ਰਹੇ ਆ। ਤੇ ਦੋਸਤੋ ਇਦਾਂ ਦੀਆਂ ਤਸਵੀਰਾਂ ਤੁਹਾਡੇ ਨਾਲ ਕਰਦੇ ਰਵਾਂਗੇ ਸਾਂਝੇ। ਤੇ ਦੋਸਤੋ ਸ਼ੰਭੂ ਬਾਰਡਰ ਦੇ ਉੱਪਰ ਹੈਗੇ ਆਪਾਂ, ਤੇ ਇਸ ਟਾਈਮ ਬੱਸ ਤੁਹਾਨੂੰ ਜਿਹੜੇ ਆਈ ਸੀਗੀ ਤੇ ਉਹਦੇ ਚਾਲੇ ਪਾ ਚੁੱਕੇ ਆ ਉਹ ਦਿੱਲੀ ਵੱਲ ਨੂੰ, ਤੇ ਇੱਥੇ ਦਿਖਾਲ ਦਿੰਦੇ ਆ। ਬਾਕੀ ਜਿਹੜੀਆਂ ਸੰਗਤਾਂ ਆ, ਬਾਕੀ ਜਿਹੜੇ ਸਾਡੇ ਕਿਸਾਨ ਵੀਰ ਹੈਗੇ ਆ, ਲੰਚ ਟਾਈਮ ਹੋ ਗਿਆ ਆ ਤੇ ਲੰਗਰ ਚੱਲ ਰਹੇ ਆ, ਛਕ ਰਹੇ ਲੰਗਰ, ਤੇ ਇੰਤਜ਼ਾਰ ਜਿਹੜਾ ਹੈਗਾ ਆ ਆਪਾਂ ਦੇਖਦੇ ਆ ਕਿ ਲੱਖਾ ਸਦਾਣਾ ਦੇ ਜਿਹੜਾ ਕਾਫਲਾ ਆ, ਤੇ ਉਹਨਾਂ ਨਾਲ ਗੱਲਾਂ ਬਾਤਾਂ ਕਰਾਂਗੇ ਕਿ ਇੱਥੋਂ ਦੀ ਲੰਘਣਾ ਉਹਨੇ ਕੀ ਕਰਨਾ ਆ। ਤੇ ਦੇਖ ਲਓ ਲੰਗਰ ਲੱਗੇ ਹੋਏ ਆ, ਬੈਠੇ ਹੋਏ ਸਾਡੇ ਵੀਰ ਕਿਸਾਨ ਦਿੱਲੀ ਦੇ ਵੱਲ ਕੂਚ ਜਿਹੜੇ ਕਰ ਰਹੇ ਆ, ਇੱਥੇ ਠਹਿਰ ਕੇ ਚਾਹ ਪਾਣੀ ਲੰਗਰ ਪਾਣੀ ਜਿਹੜਾ ਛਕ ਕੇ ਜਾਂਦੇ ਆ। ਤੇ ਦੱਸਦੇ ਚੱਲੀਏ ਤੁਹਾਨੂੰ ਇੱਕ ਵਾਰ ਫਿਰ ਸ਼ੰਭੂ ਬਾਰਡਰ ਦੀਆਂ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਦੋਸਤੋ। ਤੇ ਚੱਲਾਂਗੇ ਆਪਾਂ ਅੱਜ ਦਿੱਲੀ ਵੱਲ ਨੂੰ, ਵੌਇਸ ਆਫ ਪੰਜਾਬ ਦੀ ਟੀਮ ਵੀ ਚਾਲੇ ਪਾਉਣ ਚੱਲੀ ਆ, ਤੇ ਉੱਥੇ ਦੀਆਂ ਤਸਵੀਰਾਂ ਵੀ ਆਪਾਂ ਦਿਖਾਵਾਂਗੇ ਤੁਹਾਨੂੰ। ਤੇ ਇੱਧਰ ਅੰਦਰਲੇ ਪਾਸੇ ਸਾਡੇ ਵੀਰ ਜਿਹੜੇ ਹੈਗੇ ਆ ਇੱਥੇ ਦੇ ਆਰਗੇਨਾਈਜ਼ਰ, ਉਹ ਵੀ ਬੈਠੇ ਆ, ਉਹਨਾਂ ਨਾਲ ਵੀ ਕੋਸ਼ਿਸ਼ ਕਰਦੀ ਆ ਗੱਲਾਂ ਬਾਤਾਂ ਕਰਨ ਦੀ, ਕਿ ਉਹਨਾਂ ਨਾਲ ਵੀ ਗੱਲਾਂ ਬਾਤਾਂ। ਪਿੱਛੇ ਜਿਹੜਾ ਹੈਗਾ ਲੰਗਰ ਚੱਲ ਰਿਹਾ ਆ, ਤੇ ਇੱਧਰਲੇ ਪਾਸੇ ਸਾਡੇ ਵੀਰ ਬੈਠੇ ਆ, ਦੇਖਦੇ ਆ ਉਹਨਾਂ ਨਾਲ ਗੱਲਬਾਤ ਕਰਕੇ। ਵੌਇਸ ਆਫ ਪੰਜਾਬ ਤੋਂ ਅਸੀਂ ਆਏ ਆ, ਤੇ ਆਪਾਂ ਨੂੰ ਪਤਾ ਕਿ ਕੱਲ ਨੂੰ KMP ਦਿੱਲੀ ਦੇ ਵਿੱਚ ਜਿਹੜੀ ਆ ਜਾਮ ਕਰਨੀ ਆ, ਕੀ ਤਿਆਰੀਆਂ ਹੈਗੀਆਂ? ਇੱਥੋਂ ਕਿੰਨੇ ਕੁ ਕਾਫਲੇ ਲੰਘ ਚੁੱਕੇ ਆ? ਦੇਖੋ ਜੀ, ਰਾਤ ਦੇ ਕਾਫਲੇ ਚੱਲਦੇ ਆ, ਇਹ ਸਾਡੇ ਨੌਜਵਾਨ ਬਜ਼ੁਰਗ ਸਭ ਇਕੱਠੇ ਹੋ ਕੇ ਦਿੱਲੀ ਵੱਲ ਨੂੰ ਕੂਚ ਕਰ ਰਹੇ ਹੈ ਸਮੇਂ ਦੇ ਮੁਤਾਬਕ, ਜਿਨ੍ਹਾਂ ਕੋਲ ਜਦ ਵੀ ਸਮਾਂ ਹੈ। ਵੈਸੇ ਸ਼ਾਮ ਨੂੰ 5 ਵਜੇ ਇੱਥੋਂ ਲਗਭਗ 250 ਗੱਡੀਆਂ ਦਾ ਕਾਫਲਾ ਗੁਜ਼ਰੇਗਾ। ਉਹਦੇ ਆਪਣਾ ਉਹ ਲੱਖਾ ਸਦਾਣਾ ਜੀ ਆਉਣਗੇ ਨਾਲ, ਉਹਨਾਂ ਦੇ ਨੌਜਵਾਨ ਵੀ ਹੋਣਗੇ ਇੱਥੋਂ। ਲੱਖੇ ਸਦਾਣੇ ਦਾ ਕਾਫਲਾ ਜਿਹੜਾ ਉਹ ਕਦੋਂ ਇੱਥੋਂ ਦੀ ਲੰਘਣ ਨਿਯਮਿਤ ਕਰਦੇ ਆ? ਲਗਭਗ 4 ਵਜੇ ਦਾ ਟਾਈਮ ਦਿੱਤਾ ਹੋਇਆ ਸਾਨੂੰ, 4:30 ਵੀ ਆ ਸਕਦਾ, 5 ਵੀ ਆ ਸਕਦਾ ਹੈ। ਇਹ ਪਿੱਛੋਂ ਮਨਸਰ ਹੈ ਵੀ ਕਿੱਦਾਂ ਦਾ ਉਹਨਾਂ ਨੂੰ ਪ੍ਰੋਗਰਾਮ ਨੂੰ ਅਪਰੋਚ ਕਰਦੇ ਉਹ ਪਹੁੰਚ ਰਹੇ, ਕਿੱਥੇ ਕਿੰਨੇ ਕੁ ਰੁਕਾਵਟ ਪੈਂਦੀ ਹੈ ਸੰਗਤ ਦੀ, ਉਹਦੇ ਮਨਸਰ ਕਰਦਾ ਜੀ। ਬਾਕੀ 4 ਵਜੇ ਦਾ ਟਾਈਮ ਦਿੱਤਾ ਹੈ, ਅੱਗੇ ਦੇਖੋ ਵੀ ਕਦ ਤੱਕ ਪਹੁੰਚਦੇ ਆ। ਜਾਣਾ ਜ਼ਰੂਰ ਹੈ ਅੱਜ। ਤੇ ਤੁਸੀਂ ਵੀ ਜਾਓਗੇ ਨਾਲ? ਹਾਂ, ਸਾਡੇ ਇੱਥੇ 150 ਗੱਡੀਆਂ ਦਾ ਕਾਫਲਾ ਇੱਥੋਂ ਨਾਲ ਜੁੜੇਗਾ ਜੀ ਉਸ ਟਾਈਮ ਅੰਬਾਲੇ ਤੁਹਾਡਾ ਮਤਲਬ ਕਹਿੰਦਾ ਕਿ ਸ਼ਾਮ ਨੂੰ ਜਿਹੜੇ ਹੈਗੇ ਚਾਲੇ ਪੈਣੇ ਆ ਇੱਥੋਂ? ਹਾਂ ਜੀ, ਹੁਣੇ ਵੀ ਜਾ ਰਹੇ ਆ, ਗੱਡੀਆਂ ਜਾ ਰਹੀਆਂ ਨੇ, ਹੋਰ ਜਾ ਰਹੇ ਨੇ। ਜਿਹਨਾਂ ਨੇ ਉਹਦੇ ਨਾਲ ਨਹੀਂ ਜਾਣਾ ਹੈ,
ਪਹਿਲਾਂ ਜਾ ਰਹੇ ਆ ਉਹ ਜਾ ਰਹੇ ਆ ਜੀ, ਬਹੁਤ ਸੰਗਤ ਜਾ ਰਹੀ ਹੈ ਜੀ ਪਹਿਲਾਂ ਵੀ। ਔਰ ਸਾਡੇ ਵਾਅਦੇ ਦੇ ਮੁਤਾਬਕ ਨੇਤਾਵਾਂ ਦੇ ਇਹ ਅੰਦੋਲਨ ਅਸੀਂ ਡਿਸਪਲਿਨਲ ਅਤੇ ਸ਼ਾਂਤੀਪੂਰਵਕ ਚਲਾਉਣਾ ਹੈ। ਅਸੀਂ ਧੰਨਵਾਦ ਕਰਦੇ ਹਾਂ ਆਪਣੇ ਨੌਜਵਾਨਾਂ ਦਾ, ਜਿਸ ਤਰ੍ਹਾਂ ਪਹਿਲਾਂ ਸਹਿਯੋਗ ਦਿੱਤਾ ਹੈ, ਅੱਗੇ ਵੀ ਇਸ ਤਰ੍ਹਾਂ ਹੀ ਸਾਡਾ ਸਹਿਯੋਗ ਦੇਣਗੇ ਔਰ ਇਸ ਅੰਦੋਲਨ ਨੂੰ ਜਿੱਤ ਕੇ ਵਾਪਸ ਮੁੜਾਂਗੇ ਜੀ ਅਸੀਂ। ਜਿੱਦਾਂ ਹੁਣ ਆਪਣਾ 26 ਜਨਵਰੀ ਜਦੋਂ ਸੀਗੀ 25 ਤਰੀਕ ਦੀ ਰਾਤ ਨੂੰ ਸਟੇਜ ਤੇ ਲੱਖੇ ਸਿਧਾਣੇ ਵੱਲੋਂ ਵੀ ਥੋੜੇ ਬਿਆਨਬਾਜ਼ੀ ਹੋਏ ਸੀਗੇ। ਹੁਣ ਕੀ ਤੁਸੀਂ ਉਮੀਦ ਕਰਦੇ ਆ ਕਿ ਜਿਹੜੇ ਇਦਾਂ ਦੇ ਬਿਆਨਬਾਜ਼ੀ ਜਿਹੜੀਆਂ ਫਿਰ ਨਹੀਂ ਹੋਣਗੀਆਂ, ਇਦਾਂ ਦੀ 26 ਤਰੀਕ ਨੂੰ ਜੋ ਹੈਪਨ ਹੋਇਆ ਸੀ ਉਹ ਨਹੀਂ ਹੋਗਾ? ਕਿਉਂਕਿ ਜਦੋਂ ਯੂਥ ਹੁੰਦੀ ਆ, ਕਈ ਵਾਰ ਯੂਥ ਨੂੰ ਕੰਟਰੋਲ ਕਰਨਾ ਆਪਣੇ ਬਸ ਦੀ ਗੱਲ ਨਹੀਂ ਰਹਿੰਦੀ। ਜੇ ਕੁਛ ਇਦਾਂ ਦਾ ਉੱਥੋਂ ਬਿਆਨਬਾਜ਼ੀ ਹੁੰਦੀ ਆ ਜਾਂ ਕੁਛ ਇਦਾਂ ਦਾ ਹੁੰਦਾ, ਫਿਰ ਨੈਕਸਟ ਸਟੈਪ ਜਿਹੜਾ ਹੈਗਾ ਆ ਕੀ ਆ? ਫਿਰ ਹੁਣ ਸਾਨੂੰ 100% ਉਮੀਦ ਹੈ ਵੀ ਇਹ ਉਹ ਦੁਬਾਰੇ ਤੋਂ ਇਤਿਹਾਸ ਨਹੀਂ ਦੁਹਰਾਇਆ ਜਾਵੇਗਾ। ਉਹ ਵੀ ਕੁਝ ਵਕਤ ਦਾ ਤਕਾਜ਼ਾ ਸੀ, ਕੁਝ ਸ਼ਕਤੀਆਂ ਨੇ ਇਹਨਾਂ ਨੂੰ ਕਿਡਨੈਪ ਕਰਕੇ ਯਾਨੀ ਕਿ ਆਪਣੇ ਉਹ ਕਰਕੇ ਉਹਨਾਂ ਤੋਂ ਕੰਮ ਕਰਾਇਆ ਗਿਆ। ਉਹਨਾਂ ਦੀ ਮਰਜ਼ੀ ਨਾਲ ਕੰਮ ਨਹੀਂ ਕੀਤਾ ਉਹਨਾਂ ਬੱਚਿਆਂ ਨੇ। ਹਾਂ, ਸਾਡਾ ਬੜਾ ਅੰਦੋਲਨ ਹੈ, ਕਿੰਨੇ ਉਹਦੇ ਜਥੇਬੰਦੀਆਂ ਹਨ, ਕਿੰਨੇ ਉਹਦੇ 'ਚ ਨੇਤਾ ਹਨ। ਬੱਚਿਆਂ ਤੋਂ ਗਲਤੀਆਂ ਹੋ ਜਾਂਦੀਆਂ, ਅਸੀਂ ਆਪਣੇ ਬੱਚਿਆਂ ਨੂੰ ਆਪਣੇ ਨਾਲੋਂ ਤੋੜ ਨਹੀਂ ਸਕਦੇ, ਆਪਣੀ ਛਾਤੀ ਨਾਲ ਹੀ ਲਾ ਕੇ ਰੱਖਾਂਗੇ। ਉਹਨਾਂ ਨੇ ਆਪਣੀ ਗਲਤੀ ਮੰਨ ਲਈ, ਉਹਨਾਂ ਤੋਂ ਗਲਤੀ ਕਰਾਈ ਗਈ ਹੈ, ਸਾਡੇ ਬੱਚਿਆਂ ਨੇ ਕੀਤੀ ਨਹੀਂ। ਸਾਡੇ ਬੱਚੇ ਇਸ ਤਰ੍ਹਾਂ ਤੋਹੀਨ ਨਹੀਂ ਕਰ ਸਕਦੇ। ਤੋਹੀਨ ਤਾਂ ਕੋਈ ਨਹੀਂ ਹੈ ਕਿਸੇ ਵੀ ਉਸ ਦੀ, ਜਿਸ ਤਰ੍ਹਾਂ ਇਹਨਾਂ ਨੇ ਪ੍ਰੋਪੋਗੰਡਾ ਕੀਤਾ ਵੀ ਸਾਡੇ ਤਿਰੰਗੇ ਝੰਡੇ ਦੀ ਤੋਹੀਨ ਹੋਈ ਹੈ। ਨੋ ਐਨੀ ਲਾ ਅਕੋਰਡਿੰਗ ਟੂ ਇੰਡੀਅਨ ਕਨਸਟੀਟਿਊਸ਼ਨ ਕੋਈ ਵੀ ਲਾ ਸਿੱਧ ਨਹੀਂ ਕਰਦਾ ਕਿ ਤਿਰੰਗੇ ਝੰਡੇ ਦੀ ਕਿਤੇ ਅਪਮਾਨ ਹੋਇਆ ਹੈ। ਇਹ ਇੱਕ ਪਬਲਿਕ ਵਿੱਚ ਗਲਤ ਸੰਦੇਸ਼ ਦੇਣ ਵਾਸਤੇ ਸਰਕਾਰ ਦਾ ਜਿਹੜਾ ਗੋਦੀ ਮੀਡੀਆ ਹੈ ਉਹਨੇ ਇੱਕ ਪ੍ਰੋਪੋਗੰਡਾ ਰਚਿਆ ਸੀ ਇਹ ਕਿ ਤਿਰੰਗੇ ਝੰਡੇ ਦਾ ਅਪਮਾਨ ਹੋਇਆ ਹੈ, ਜਦ ਕਿ ਕਾਨੂੰਨਨ ਕਿਸੇ ਤੇ ਵੀ ਜਿੰਨੇ ਵੀ ਸਾਡੇ ਅੰਦੋਲਨਕਾਰੀ ਦਿੱਲੀ ਪੁਲਿਸ ਨੇ ਫੜ ਕੇ ਉੱਥੇ ਕੇਸ ਬਣਾਏ ਹੈ, ਕਿਸੇ ਤੇ ਵੀ ਇਹੋ ਜਿਹੀ ਕੋਈ ਧਾਰਾ ਨਹੀਂ ਲੱਗੀ ਵੀ ਜਿਹੜੀ ਝੰਡੇ ਦਾ ਅਪਮਾਨ ਸਿੱਧ ਕਰਦੀ ਹੋਵੇ। ਇਸ ਕਰਕੇ ਹੁਣ ਵੀ ਅਸੀਂ ਨਿਵੇਦਨ ਕਰਦੇ ਹਾਂ ਔਰ ਸਾਨੂੰ ਪੂਰੀ ਆਸ ਹੈ ਵੀ ਸਾਡੇ ਨੌਜਵਾਨ ਜਿਸ ਤਰ੍ਹਾਂ ਪਹਿਲਾਂ ਸਬਰ ਸੰਤੋਖ ਨਾਲ ਬੜੇ ਹੀ ਆਗਿਆਕਾਰੀ ਬਣ ਕੇ, ਹਾਂ ਜਜ਼ਬਾਤ ਹੁੰਦੇ ਆ ਆਪਣੇ ਆਪਣੇ ਬੰਦਿਆਂ ਦੇ, ਬੱਚਿਆਂ ਦੇ ਜਜ਼ਬਾਤ 'ਚ ਆ ਕੇ ਬੰਦਾ ਬਹਿ ਜਾਂਦਾ ਹੈ, ਪਰ ਉਹਨਾਂ ਨੂੰ ਬਹਿਕਾਇਆ ਗਿਆ, ਉਹ ਬਹੇ ਨਹੀਂ ਹੈ। ਸਾਨੂੰ ਇੰਨਾ ਭਰੋਸਾ ਹੈ ਆਪਣੇ ਬੱਚਿਆਂ 'ਤੇ। ਕੁਝ ਹਾਲਾਤ ਇਹੋ ਜਿਹੇ ਪੈਦਾ ਹੋ ਗਏ ਸੀ, ਬੱਚੇ ਸੋਚਦੇ ਆ ਵੀ ਸ਼ਾਇਦ ਅਸੀਂ ਟੌਪ ਮੋਸਟ ਹੀਰੋ ਅੱਜੇ ਬਣ ਜਾਈਏ। ਉਹ ਜਿਹੜੇ 51 ਸਾਲ ਤੋਂ 48 ਸਾਲ ਤੋਂ 28 ਸਾਲ ਤੋਂ ਇਸ ਘੋਲ 'ਚ ਸਾਡੇ ਪੀਰੀਆ ਨੇਤਾ ਆਪਣੀ ਜ਼ਿੰਦਗੀ ਇੱਥੇ ਲਾਤੀ, ਉਹਨਾਂ ਨੂੰ ਪਿੱਛੇ ਛੱਡ ਕੇ ਤੁਸੀਂ ਅੱਗੇ ਨਹੀਂ ਵੱਧ ਸਕੋਗੇ। ਕੋਈ ਵੀ ਨਸਲ ਬਜ਼ੁਰਗਾਂ ਦੇ ਪਾਏ ਹੋਏ ਪੂਰਨਿਆਂ ਤੋਂ ਵਿਸਰ ਕੇ ਗੁੰਮਰਾਹ ਹੀ ਹੁੰਦੀ ਹੈ। ਮੈਂ ਦਾਅਵੇ ਨਾਲ ਕਹਿੰਦਾ ਗੁੰਮਰਾਹ ਹੀ ਹੁੰਦੀ ਹੈ, ਗੁੰਮਰਾਹ ਹੁੰਦੀ ਹੈ ਔਰ ਗਲਤ ਰਸਤੇ ਤੁਰ ਪੈਂਦੀ ਹੈ। ਅਸੀਂ ਬੇਨਤੀ ਕਰਦੇ ਹਾਂ ਨੌਜਵਾਨਾਂ ਨੂੰ, ਬੱਚਿਆਂ ਨੂੰ, ਤੁਹਾਡੇ 'ਚ ਜੋਸ਼ ਹੈ, ਹੋਸ਼ ਸਾਡੇ ਤੋਂ ਲਓ ਬਜ਼ੁਰਗਾਂ ਤੋਂ। ਅਸੀਂ ਤਾਂ ਕੁਝ ਵੀ ਨਹੀਂ, ਨਿਮਾਣੇ ਜਿਹੇ ਇੱਕ ਕਿਸਾਨ ਹੈ, ਪਰ ਸਾਡੇ ਬਜ਼ੁਰਗ ਆਗੂ ਜਿਹੜੇ ਲੀਡ ਕਰ ਰਹੇ ਆ ਸਾਡੇ ਉਸ ਨੂੰ ਅੰਦੋਲਨ ਨੂੰ, ਉਹਨਾਂ ਦੀ ਰਾਏ ਮਸ਼ਵਰਾ ਕੁਝ ਕਰਨ ਤੋਂ ਪਹਿਲਾਂ ਲੈ ਲਓ। ਤੁਸੀਂ ਆਪਣੇ ਵਿਚਾਰ ਵੀ ਰੱਖੋ, ਬੜੇ ਪਿਆਰ ਨਾਲ ਸੁਣਦੇ ਆ ਸਾਡੇ ਆਗੂ ਨੌਜਵਾਨਾਂ ਦੇ ਵੀ ਬਹੁਤ ਉਹਨਾਂ ਦੇ ਧੰਨਵਾਦੀ ਹਾਂ ਅਸੀਂ ਆਗੂਆਂ ਦੇ ਵੀ, ਜਿਹੜੇ ਸਾਲਿਆਂ ਨੂੰ ਸਾਰੇ ਆਪਣੇ 500 ਜਥੇਬੰਦੀਆਂ ਨੇ, 32 ਆਗੂ ਨੇ, 12-14 ਹਰਿਆਣੇ ਦੇ ਨੇ, ਹੋਰ ਸਟੇਟਾਂ ਦੇ ਵੀ ਹਨ। ਉਹ ਸਾਰੇ ਰਲ ਮਿਲ ਕੇ ਇਕੱਠੇ ਹੋ ਕੇ ਇਸ ਮੂਵਮੈਂਟ ਨੂੰ ਇਤਿਹਾਸਕ ਬਣਾਤਾ ਹੈ। ਬਈ ਇਹ ਇਤਿਹਾਸ ਬਣ ਗਿਆ ਵੀ ਇੰਨੀ ਗੈਦਰਿੰਗ 'ਚ ਔਰ ਆਲ ਇੰਡੀਆ ਦਾ ਇੱਕ ਅੰਦੋਲਨ ਹੋਣ ਤੋਂ ਬਾਅਦ ਇੰਟਰਨੈਸ਼ਨਲ ਅੰਦੋਲਨ ਬਣ ਜਾਣਾ, ਇਸ ਅੰਦੋਲਨ ਦਾ ਸਾਡੇ ਵਾਸਤੇ ਬਹੁਤ ਖੁਸ਼ਕਿਸਮਤੀ ਹੈ। 3 ਦੇਸ਼ਾਂ ਨੇ ਤਾਂ ਖਬਰ ਹੈ, ਸਪੇਨ ਨੇ ਔਰ 2 ਦੇਸ਼ਾਂ ਨੇ ਹੋਰਾਂ ਨੇ ਸਾਡੇ ਅੰਦੋਲਨ ਨੂੰ ਦੇਖਦਿਆਂ ਕਿਸਾਨਾਂ ਨੇ ਜਦੋਂ ਉੱਥੇ ਐਜੀਟੇਸ਼ਨ ਕੀਤਾ ਹੈ, ਉਹਨਾਂ ਨੇ MSP ਦਾ ਕਾਨੂੰਨ ਬਣਾਤਾ ਉਹਨਾਂ ਦੇਸ਼ਾਂ ਨੇ। ਅਸੀਂ ਵੀ ਆਪਣੀ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ ਇਸ ਕਿੱਤੇ ਨੂੰ, ਇਹ ਸਾਡਾ ਕਿੱਤਾ ਉਪਜੀਵਕਾ ਕਮਾਉਣ ਦਾ ਹੈ, ਇਹਦੇ ਤੋਂ ਅਸੀਂ ਆਪਣੇ ਬੱਚੇ ਪਾਲਦੇ ਹਾਂ। ਸਾਡਾ ਕੋਈ ਬਿਜ਼ਨਸ ਨਹੀਂ ਹੈ ਜਿਹਦੇ ਸਾਨੂੰ ਪ੍ਰੋਫਿਟ ਹੁੰਦਾ ਹੈ। ਇੱਕ ਸਾਡੀ, ਅਸੀਂ ਹੋਰ ਕੁਝ ਨਹੀਂ ਕਰ ਸਕਦੇ, ਨਾ ਹੀ ਸਰਕਾਰ ਇੰਨੀ ਇੰਪਲੋਇਮੈਂਟ ਦੇ ਸਕਦੀ ਹੈ ਜਿੰਨੇ ਅਸੀਂ ਖੇਤੀਬਾੜੀ ਕਾਰਪੋਰੇਟ ਦੇ ਹੱਥ 'ਚ ਜਾਣ ਤੋਂ ਬਾਅਦ ਬੇਰੁਜ਼ਗਾਰੀ ਫੈਲੇਗੀ। ਕਿਉਂਕਿ 80% ਹਿੰਦੁਸਤਾਨ ਦੇ ਜ਼ਿਮੀਂਦਾਰ ਇਸ ਕਿੱਤੇ ਨਾਲ ਜੁੜੇ ਹਨ। ਕੋਈ ਕਿਸੇ ਸਿੱਧੇ ਰਸਤੇ, ਕੋਈ ਬਾਈਪਾਸ ਕਿਸੇ ਤਰ੍ਹਾਂ ਸਪੋਰਟ ਕਰਦਾ ਹੈ, ਉਹ ਸਾਰੇ ਹੀ ਬੇਰੁਜ਼ਗਾਰ ਹੋ ਜਾਣਗੇ ਜਦੋਂ ਇਹ ਕਿੱਤਾ ਕਾਰਪੋਰੇਟ ਦੇ ਹੱਥ 'ਚ ਚਲਿਆ ਗਿਆ। ਸਰਕਾਰ ਕੋਲ ਇਹੋ ਜਿਹੀ ਕੋਈ ਵੀ ਸਾਨੂੰ ਪ੍ਰਪੋਜ਼ਲ ਜਾਂ ਨੀਤੀ ਕੋਈ ਨਹੀਂ ਦਰਸਾਈ ਗਈ ਜਿਹੜੀ ਸਾਡੀ ਇੰਨੀ ਅਨਪਲਾਇਡ ਪੈਦਾ ਹੋਣ ਤੋਂ ਬਾਅਦ ਇਸ ਨੂੰ ਸਾਂਭਣ ਵਾਸਤੇ ਕੋਈ ਇਹਨਾਂ ਦੀ ਵਿਵਸਥਾ ਹੋਵੇ। ਨਹੀਂ, ਇਹਨਾਂ ਨੇ ਸਾਨੂੰ
ਗੁਲਾਮ ਬਣਾਉਣ ਵਾਸਤੇ, ਸਾਨੂੰ ਰੋਟੀ ਦੇ ਲਾਲੇ ਪਾਉਣ ਵਾਸਤੇ ਜਿੰਨੇ ਵੀ 80% 86% ਜ਼ਿਮੀਂਦਾਰ ਇਹ ਖੇਤੀ ਕਰਦੇ ਆ ਉਹਨਾਂ ਨੂੰ ਬਰਬਾਦ ਕਰਨ ਵਾਸਤੇ ਕਾਰਪੋਰੇਟ ਦੇ ਹੱਥ 'ਚ ਖੇਲ ਕੇ ਸਾਡੇ ਤੇ ਇਹ ਕਾਨੂੰਨ ਥੋਪੇ ਜਾ ਰਹੇ ਹਨ ਜ਼ਬਰਦਸਤੀ, ਜਿਹਦੀ ਸਾਡੀ ਕਦੇ ਮੰਗ ਨਹੀਂ ਹੋਈ। ਔਰ ਇਤਿਹਾਸ ਗਵਾਹ ਹੈ ਇਹੀ ਕਾਨੂੰਨ ਅੱਜ ਤੋਂ ਕੁਝ ਦਹਾਕੇ ਪਹਿਲਾਂ ਜਿਨ੍ਹਾਂ ਦੇਸ਼ਾਂ ਨੇ ਯੂਰਪ 'ਚ ਅਮਰੀਕਾ 'ਚ ਲਾਗੂ ਕੀਤੇ ਹੈ, ਉੱਥੋਂ ਦੇ ਕਿਸਾਨ ਸਿਰਫ 4% ਕਿਸਾਨ ਬਚਿਆ ਹੈ, 76% ਕਿਸਾਨ ਉੱਥੋਂ ਦੇ ਬਰਬਾਦ ਹੋ ਗਏ ਹੈ। ਉਹਨਾਂ ਦਾ ਨਾਂ ਨਿਸ਼ਾਨ ਨਹੀਂ ਰਿਹਾ ਹੈ। ਛੋਟੇ ਕਿਸਾਨ ਉੱਥੇ ਛੋਟੇ ਕਿਸਾਨੀ ਦਾ ਘੱਟ ਤੋਂ ਘੱਟ ਵੀ 150 ਏਕੜ ਦਾ ਰਿਕਾਰਡ ਸੀ। ਸਾਡੇ ਦਾ ਛੋਟੀ ਕਿਸਾਨੀ ਹੈ 2 ਕਿੱਲਿਆਂ ਦੀ 2.5 ਕਿੱਲਿਆਂ ਦੀ ਹੈ, ਜਿਹਦੇ 'ਚ 76% ਸਾਡੇ ਬੰਦੇ ਇਸ ਰੇਟ 'ਚ ਆਉਂਦੇ ਆ 2.5 ਕਿੱਲਿਆਂ ਤੇ। ਸਾਡੀ ਕੀ ਔਕਾਤ ਹੈ ਵੀ ਅਸੀਂ ਇਹਨਾਂ ਕਾਨੂੰਨਾਂ ਨੂੰ ਸਹਿਨ ਕਰ ਜਾਵਾਂਗੇ। ਜੇ 150 ਕਿੱਲੇ ਵਾਲੇ ਮਾਲਕ ਔਰ ਉਹ ਪੜ੍ਹੇ ਲਿਖੇ ਇੰਟਰਨੈਟ ਯੁੱਗ ਦੇ ਅਮਰੀਕਾ ਟੌਪ ਮੋਸਟ ਹੈ, ਜਿਹਨੂੰ ਇੰਟਰਨੈਟ ਦੀ ਬਹੁਤ ਸਾਲ ਤੋਂ ਪਹਿਲਾਂ ਤੋਂ ਜਾਣਕਾਰੀ ਹੈ। ਸਾਡੇ ਤਾਂ 70% ਜ਼ਿਮੀਂਦਾਰਾਂ ਨੂੰ ਇੰਟਰਨੈਟ ਦਾ ਪਤਾ ਹੀ ਨਹੀਂ ਹੁੰਦਾ ਕੀ ਹੈ, ਮੋਬਾਈਲ ਚਲਾਉਣ ਦਾ ਨਹੀਂ ਪਤਾ। ਹਾਂ, ਮੋਬਾਈਲ ਹਰ ਇੱਕ ਦੀ ਜੇਬ 'ਚ ਹੈ, ਕਰ ਲੈਂਦਾ ਹੈ, ਸੁਣ ਲੈਂਦਾ ਹੈ। ਇਸ ਤੋਂ ਇਲਾਵਾ ਉਹਦਾ ਕੋਈ ਯੂਜ਼ ਸਾਨੂੰ ਨਹੀਂ ਕਰਨਾ ਆਉਂਦਾ, ਖਾਸ ਕਰਕੇ ਬਜ਼ੁਰਗਾਂ 'ਚੋਂ 70% 72% ਬੰਦਿਆਂ ਨੂੰ। ਅਸੀਂ ਇੰਟਰਨੈਟ 'ਤੇ ਜਾ ਕੇ ਕੀ ਟ੍ਰੇਡਿੰਗ ਕਰ ਸਕਦੇ ਹਾਂ, ਕੀ ਈਮੇਲ ਨਾਲ ਕਿਸੇ ਨਾਲ ਰੇਟ ਤੈਅ ਕਰਦੇ ਹਾਂ, ਕੀ ਗੱਲਬਾਤ ਕਰ ਸਕਦੇ ਹਾਂ। ਇਹ ਸਾਰਾ ਜੇ ਅਮਰੀਕਾ ਵਰਗੇ ਪੜ੍ਹੇ ਲਿਖੇ ਦੇਸ਼ ਜਿਨ੍ਹਾਂ ਦੀ ਜਨਸੰਖਿਆ ਪੂਰੀ ਤਰ੍ਹਾਂ ਜਾਗਰੂਕ ਔਰ ਪੜ੍ਹੇ ਹੋਏ ਨੇ, ਉਹ ਫੈਲ ਹੋ ਗਏ ਇਸ ਕਾਨੂੰਨਾਂ ਰਾਹੀਂ, ਸਾਡੀ ਕੀ ਵਿਸਾਖਤ ਹੈ ਵੀ ਸਾਡੇ ਅਨਪੜ੍ਹ ਔਰ ਜੋ ਇਸ ਤੋਂ ਬਿਨਾਂ ਕੁਝ ਨਹੀਂ ਕਰਦੇ ਉਹ ਕਾਮਯਾਬ ਹੋ ਜਾਣਗੇ ਤੇ ਬਰਬਾਦ ਹੋਣਾ ਹੀ ਹੋਣਾ ਹੈ। ਸਰਕਾਰ ਨੂੰ ਬੇਨਤੀ ਕਰਦੇ ਹੈ, ਅਸੀਂ ਹਟਣਾ ਨਹੀਂ ਪਿੱਛੇ। ਲਾਸਾਂ ਆਉਣਗੀਆਂ ਸਾਡੀਆਂ, ਉੱਥੇ ਕੁਰਬਾਨੀਆਂ ਦੇਵਾਂਗੇ, ਪਰ ਕਾਨੂੰਨ ਵਾਪਸ ਕਰਾਏ ਤੋਂ ਬਿਨਾਂ ਵਾਪਸ ਨਹੀਂ ਮੁੜਨਾ। ਮਰੇ ਹੋਏ ਤਾਂ ਹੈ, ਹੁਣ ਇੱਕਦਮ ਮਰ ਜਾਾਂਗੇ, ਕੌਮ ਦੇ ਲੇਖੇ ਲਗਾਂਗੇ। ਦੇਸ਼ ਨੂੰ ਗੁਲਾਮ ਹੋਣ ਤੋਂ ਬਚਾਉਣ ਵਾਸਤੇ ਸਾਡੀਆਂ ਕੁਰਬਾਨੀਆਂ ਵਿਅਰਥ ਨਹੀਂ ਜਾਣਗੀਆਂ। ਸਾਡੇ ਬਜ਼ੁਰਗ ਵੀ ਉਸ ਤਰ੍ਹਾਂ ਹੀ ਖੜੇ ਆ, ਸਾਡੇ ਬੱਚੇ ਵੀ ਖੜੇ ਆ, ਨੌਜਵਾਨ ਵੀ ਖੜੇ ਆ, ਕਿਉਂਕਿ ਸਾਰਿਆਂ ਨੂੰ ਆਪਣਾ ਭਵਿੱਖ ਅੰਧਕਾਰਮਈ ਨਜ਼ਰ ਆ ਰਿਹਾ ਹੈ। ਇਸ ਕਰਕੇ ਹੁਣ ਤਾਂ ਜਿਹਨੂੰ ਪੰਜਾਬੀ 'ਚ ਕਹਿੰਦੇ ਆ ਸਿਰ ਧੜ ਦੀ ਬਾਜੀ ਲਾਈ ਹੋਈ ਹੈ, ਅਸੀਂ ਸਿਰ ਧੜ ਦੀ ਬਾਜੀ ਲਾਈ ਬੈਠੇ ਹੈ। ਸਰਕਾਰ ਸਾਡੇ 'ਤੇ ਤਸੱਦਦ ਕਰਕੇ ਸਾਡੇ ਅੰਦੋਲਨ ਨੂੰ ਖਤਮ ਕਰਨਾ ਚਾਹੁੰਦੀ ਹੈ। ਅੰਦੋਲਨ ਖਤਮ ਨਹੀਂ ਹੋਵੇਗਾ ਜਿੰਨੀਆਂ ਮਰਜ਼ੀਆਂ ਕੁਰਬਾਨੀਆਂ ਦੇਣੀਆਂ ਪੈਣ। ਇਤਿਹਾਸ ਹੈ ਸਾਡੀ ਕੌਮ ਦਾ, ਕਿਸਾਨ ਕੌਮ ਦਾ, ਨੋਟ ਸਿੱਖ ਰਿਲੀਜੀਅਨ। ਕਿਸਾਨੀ ਕੌਮ, ਕਿਸਾਨ ਕਿਸੇ ਵੀ ਕੌਮ ਦਾ ਹੈ, ਉਹਦੇ 'ਚ ਇੱਕ ਜਜ਼ਬਾ ਹੁੰਦਾ ਹੈ, ਕਿਉਂਕਿ ਉਹ ਸੱਚ ਨਾਲ ਜੁੜਿਆ ਹੋਇਆ ਹੈ। ਸੱਚ ਦੀ ਤਾਕਤ ਹੁੰਦੀ ਹੈ, ਸੱਚ ਉਹ ਪ੍ਰਮਾਤਮਾ ਹੈ, ਸੱਚ ਨਾਲ ਜੁੜਿਆ ਹੈ। ਇਹ ਅੰਦੋਲਨ ਕਿਸੇ ਇੱਕ ਫਿਰਕੇ ਦਾ, ਇੱਕ ਆਦਮੀ ਦੇ ਚਲਾਉਣ ਦਾ ਨਹੀਂ ਹੈ। ਇਹ ਉਸ ਅਕਾਲ ਪੁਰਖ ਦੀ ਕਿਰਪਾ ਨਾਲ ਚੱਲ ਰਿਹਾ ਹੈ। ਇੰਨਾ ਕੰਟਰੋਲ 'ਚ, ਹਾਂ ਇੰਨੇ ਵੱਡੇ ਅੰਦੋਲਨ 'ਚ ਕੁਝ ਨਾ ਕੁਝ ਗਲਤੀਆਂ ਹੋ ਜਾਂਦੀਆਂ ਹਨ। ਅਸੀਂ ਬਹੁਤ ਧੰਨਵਾਦੀ ਹਾਂ ਆਪ ਜਿਹੇ ਮੀਡੀਆ ਦੇ, ਜਿਹੜੇ ਸਾਡੀ ਕਮਜ਼ੋਰੀਆਂ ਵੀ ਸਾਨੂੰ ਦਰਸਾਉਂਦੇ ਰਹਿੰਦੇ ਹਨ ਔਰ ਨਿਰਪੱਖਤਾ ਨਾਲ ਸਾਡੇ ਪ੍ਰੋਗਰਾਮ ਜਿੱਥੇ ਵੀ ਤੁਸੀਂ ਕਵਰ ਕਰਦੇ ਹੋ ਔਰ ਨਿਰਪੱਖਤਾ ਨਾਲ ਕਰਦੇ ਹੋ। ਸਾਨੂੰ ਬਹੁਤ ਧੰਨਵਾਦ ਕਰਦਾ ਮੈਂ ਆਪਣੀ ਯੂਨੀਅਨ ਵੱਲੋਂ, ਆਪਣੇ ਵੱਲੋਂ ਬਹੁਤ ਧੰਨਵਾਦ ਕਰਦਾ ਮੀਡੀਆ ਦਾ, ਜਿਹੜੇ ਸਾਡੇ ਇਨ ਪ੍ਰੋਗਰਾਮਾਂ ਨੂੰ ਬਹੁਤ ਹੀ ਬਾਖੂਬੀ ਪਬਲਿਕ ਤੱਕ ਦੇਸ਼ ਵਿਦੇਸ਼ ਪਹੁੰਚਾ ਰਹੇ ਹੈ। ਔਰ ਬਹੁਤ ਹੀ ਦਿਲੋਂ ਧੰਨਵਾਦ ਕਰਦਾ ਮੈਂ ਆਪ ਦੇ ਇਹਨਾਂ ਚੈਨਲ ਨਾਲ। ਥੈਂਕ ਯੂ ਜੀ, ਬਹੁਤ ਮਾਣ ਸਤਿਕਾਰ ਦੇਣ ਵਾਸਤੇ। ਤੇ ਦੂਜੀ ਗੱਲ ਹੈਗੀ ਕਿ ਹੁਣ ਤੁਸੀਂ ਰਾਤ ਨੂੰ ਪਹੁੰਚਣਾ ਆ ਜਾਂ ਤੜਕਸਾਰ ਪਹੁੰਚਣਾ। ਕੱਲ ਨੂੰ ਜਿਹੜਾ KMP ਦਾ ਘਰਾਓ ਹੈਗਾ ਆ, ਆਪਾਂ ਕਹਿ ਲਈਏ ਜਾਮ ਕਰਨਾ, ਉਸ ਤੋਂ ਬਾਅਦ ਕੀ ਪਲਾਨਿੰਗ ਹੈਗੀ ਆ? ਉੱਥੇ ਠਹਿਰਨਾ ਜਾਂ ਵਾਪਸ ਆਉਣਾ, ਕੀ ਹੈਗਾ ਨੈਕਸਟ ਸਟੈਪ? ਜਿਹੜਾ ਸਾਡਾ ਲਕਸ਼ ਹੈ ਇਹਨਾਂ ਕਾਨੂੰਨਾਂ ਨੂੰ ਵਾਪਸ ਕਰਵਾਏ ਤੋਂ ਬਗੈਰ ਅੰਦੋਲਨ ਖਤਮ ਨਹੀਂ ਕਰਨਾ। ਵਾਪਸ ਆਉਣਾ ਨਾ ਆਉਣਾ, ਸਮੇਂ ਦੇ ਮੁਤਾਬਕ ਜੋ ਸਥਿਤੀ ਹੋਏਗੀ। 48 ਘੰਟੇ 24 ਘੰਟੇ ਦਾ ਸਾਡਾ ਜਾਮ ਹੈ। ਕੱਲ੍ਹ 11 ਵਜੇ ਤੋਂ ਲੈ ਕੇ ਪਰਸੋਂ 11 ਵਜੇ ਤੱਕ ਦਾ ਜਾਮ ਹੈ। ਉਸ ਤੋਂ ਬਾਅਦ ਅਸੀਂ ਸਥਿਤੀ ਦਾ ਜਾਇਜ਼ਾ ਲੈਣਗੇ। ਜਿਹੜੇ ਸਾਡੇ ਮੌਕੇ 'ਤੇ ਨੇਤਾਗਣ ਹੋਣਗੇ ਉੱਥੇ, ਉਹ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਇਹਨੂੰ ਐਕਸਟੈਂਡ ਕਰਨਾ ਹੈ ਜਾਂ ਖਤਮ ਕਰਨਾ ਹੈ, ਉਹ ਮੌਕੇ 'ਤੇ ਦੇਖਿਆ ਜਾਏਗਾ ਜੀ। ਪਹਿਲਾਂ ਇਹਦੇ ਵਾਸਤੇ ਨਹੀਂ, ਹਾਂ ਪਹਿਲਾਂ 24 ਘੰਟੇ ਵਾਸਤੇ ਅਨਾਉਂਸਮੈਂਟ ਕੀਤਾ ਹੋਇਆ ਹੈ। ਇਹ ਸਾਡੇ ਵਾਸਤੇ ਕੋਈ ਬੰਦਸ਼ ਨਹੀਂ ਹੈ। 24 ਘੰਟੇ ਹੀ ਅਗਰ ਹਾਲਾਤ ਕਿਸ ਤਰ੍ਹਾਂ ਦੇ ਹੁੰਦੇ ਆ ਉਹਦੇ ਮੁਤਾਬਕ ਅਸੀਂ ਆਪਣੀ ਚੇਂਜਿੰਗ ਕਰਨੀ ਪੈਣੀ, ਕਿਉਂਕਿ ਸਰਕਾਰ ਵੀ ਆਪਣੇ ਪ੍ਰੋਗਰਾਮਾਂ 'ਚ ਮੌਕੇ ਨੂੰ ਦੇਖ ਕੇ ਚੇਂਜਿੰਗ ਕਰਦੀ ਹੈ। ਸਾਨੂੰ ਵੀ ਉਹਦੇ ਜਵਾਬ 'ਚ ਆਪਣੀ ਚੇਂਜਿੰਗ ਕਰਨੀ ਪੈਣੀ ਹੈ। ਹੋਰ ਜਿਹੜੇ ਇਸ ਟਾਈਮ ਦਰਸ਼ਕ ਦੇਖ ਰਹੇ ਆ ਸਾਡੇ, ਕੀ ਸੁਨੇਹਾ ਦੇਣਾ ਚਾਹੋਗੇ? ਦਰਸ਼ਕਾਂ ਨੂੰ ਮੈਂ ਸੁਨੇਹਾ ਦੇਣਾ ਚਾਹੁੰਦਾ ਹਾਂ, ਜਿਨ੍ਹਾਂ ਤੱਕ ਸਾਡੀ ਆਵਾਜ਼ ਪਹੁੰਚ ਰਹੀ ਹੈ, ਜਿਹੜੇ ਵੀਰ ਇਸ ਅੰਦੋਲਨ 'ਚ ਭਾਗ ਲੈ ਕੇ ਇਸ ਅੰਦੋਲਨ ਨੂੰ
ਅੱਗੇ ਵਧਾ ਰਹੇ ਹਨ ਬਹੁਤ ਸ਼ਾਂਤੀਪੂਰਵਕ। ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ। ਔਰ ਜਿਹੜੇ ਹਾਲੇ ਸੋਚ ਵਿਚਾਰ 'ਚ ਪਏ ਹੋਏ ਹਨ ਵੀ ਇਸ ਜੁੜੀਏ ਨਾ ਜੁੜੀਏ, ਇੱਕ ਕਦਮ ਅੱਗੇ ਇੱਕ ਕਦਮ ਪਿੱਛੇ, ਕਿਤੇ ਮੰਜ਼ਿਲ ਤੇ ਨਹੀਂ ਪਹੁੰਚੋਗੇ। ਹੌਸਲਾ ਕਰਕੇ ਆਪਣੇ ਜਿਹੜੇ ਅੱਗੇ ਵਧਣ ਵਾਲੇ ਆਪਦੇ ਪੜੋਸੀ ਨੇ, ਆਪਦੇ ਯਾਰ ਦੋਸਤ ਮਿੱਤਰ ਨੇ, ਉਹਨਾਂ ਨੂੰ ਫੋਲੋ ਕਰਦੇ ਕਰਦੇ ਇਹਨਾਂ ਨਾਲ ਕਦਮ ਦੇ ਕਦਮ ਨਾਲ ਮਿਲਾ ਕੇ ਚਲੋ। ਤਾਂ ਮੈਂ ਇਹੀ ਸੁਨੇਹਾ ਦਊਂਗਾ ਵੀ ਪਿੱਛੇ ਹਟਣ ਦੀ ਲੋੜ ਨਹੀਂ। ਹੁਣ ਤਾਂ ਸਰਕਾਰ ਨੇ ਕੋਈ ਵੀ ਅਜਿਹਾ ਅਦਾਰਾ ਨਹੀਂ ਛੱਡਿਆ ਜਿਹਦੇ ਤੇ ਛਟਣੀ ਦੀ ਤਲਵਾਰ ਨਾ ਚੱਲ ਰਹੀ ਹੋਵੇ ਔਰ ਵਿਕਣ ਦੀ ਤਲਵਾਰ ਨਾ ਚੱਲ ਰਹੀ ਹੋਵੇ, ਕਿਉਂਕਿ ਇਸ ਬਜਟ 'ਚ ਪ੍ਰਧਾਨ ਮੰਤਰੀ ਨੇ ਸਪਸ਼ਟ ਕਰਤਾ ਮੈਂ 4 ਮਹਿਕਮਿਆਂ ਨੂੰ ਛੱਡ ਕੇ ਬਾਕੀ ਸਾਰਿਆਂ ਨੂੰ ਵੇਚਣਾ ਹੀ ਵੇਚਣਾ ਹੈ 3 ਸਾਲ ਦੇ ਅੰਦਰ। ਵਿਕਣ ਵਾਲੇ ਹੁਣ ਕੌਣ ਹੈ? ਅਸੀਂ ਤਾਂ ਵਿਕਣਾ ਨਹੀਂ, ਸਾਡੀ ਤਾਂ ਜ਼ਮੀਨਾਂ ਆਪਣੀਆਂ ਨੇ, ਅਸੀਂ ਤਾਂ ਵਿਕਣ ਦਿੰਦੇ ਨਹੀਂ ਹੈ। ਉਹਨਾਂ ਦੀ ਨੌਕਰੀਆਂ ਨੇ, ਉਹਨਾਂ ਦੇ ਕੰਟੈਕਟ ਨੇ ਜਾਂ ਕਿਸੇ ਦਾ ਪੈਕੇਜ ਹੈ, ਉਹਨਾਂ ਨੂੰ ਵੇਚਣਾ ਸਰਕਾਰ ਵਾਸਤੇ ਬਹੁਤ ਆਸਾਨ ਹੈ। ਜੇ ਉਹ ਹੁਣ ਵੀ ਇਸ ਮੁਸੀਬਤ ਦੀ ਘੜੀ ਵਿੱਚ ਸਾਡੇ ਨਾਲ ਨਾ ਜੁੜੇ, ਉਹੀ ਪਛਤਾਣਗੇ, ਸਾਨੂੰ ਕੋਈ ਪਛਤਾਵਾ ਨਹੀਂ ਹੋਵੇਗਾ। ਮੈਂ ਬੇਨਤੀ ਕਰਦਾ ਜਿੰਨੇ ਵੀ ਬੇਰੁਜ਼ਗਾਰ ਹੈ, ਦਲਿਤ ਭਾਈ ਹੈ, ਸਤਾਏ ਹੋਏ ਹੈ, ਜਿਨ੍ਹਾਂ ਦੀ ਨੌਕਰੀਆਂ ਗਈਆਂ ਨੇ, ਜਿਨ੍ਹਾਂ ਦੀ ਜਾਨ ਦਾ ਖਤਰਾ ਹੈ। ਹੁਣ ਬੈਂਕ ਵਾਲਿਆਂ ਪਹਿਲਾਂ ਸਾਨੂੰ ਮਜ਼ਾਕ ਕਰਦੇ ਸੀ, ਬੈਂਕ ਵਾਲਿਆਂ ਨੇ ਸਟ੍ਰਾਈਕ ਕੀਤੀ ਹੈ, ਹੋਰ ਵੀ BSN ਵਾਲੇ ਸਟ੍ਰਾਈਕ ਕਰ ਰਹੇ ਹੈ, LIC ਵਾਲੇ ਸਟ੍ਰਾਈਕ ਕਰ ਰਹੇ ਹੈ। ਉਹਨਾਂ ਨੂੰ ਚਾਹੀਦਾ ਹੈ ਅੰਦੋਲਨ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ। ਜਿਹੜੀ ਸਾਡੀ ਕਾਲ ਹੁੰਦੀ ਹੈ, ਸਦਾ ਵਾਸਤੇ ਅਸੀਂ ਨਹੀਂ ਕਹਿੰਦੇ, ਜਿਹੜੀ ਕਾਲ ਹੁੰਦੀ ਹੈ ਉਹਨੂੰ ਤਾਂ ਬਹੁਤ ਹੀ ਵੱਧ ਚੜ੍ਹ ਕੇ ਉਹਨਾਂ ਨੇ ਹਿੱਸਾ ਲੈ ਕੇ ਕਾਮਯਾਬ ਬਣਾਉਣ 'ਚ ਉਹਨਾਂ ਨੇ ਆਪਣਾ ਰੋਲ ਦਾ ਕਰਨਾ ਚਾਹੀਦਾ ਉਹਨਾਂ ਨੂੰ। ਥੈਂਕ ਯੂ ਸੋ ਮਚ ਜੀ, ਬਹੁਤ ਬਹੁਤ ਧੰਨਵਾਦ। ਤੇ ਦੋਸਤੋ ਇਹ ਸੀ ਸਾਡੇ ਕਿਸਾਨ ਵੀਰਾਂ ਦੇ ਵਿਊਜ਼। ਤਾਂ ਇਦਾਂ ਹੀ ਦੇਖਦੇ ਰਹੋ ਇਸ ਪੰਜਾਬ ਤਸਵੀਰਾਂ ਜਿਹੜੀਆਂ ਹੈਗੀਆਂ ਇਸ KMP ਨੂੰ ਘਰਾਓ ਦੀਆਂ ਜਿਹੜੇ ਜਾਮ ਕਰਨਾ ਆ, ਤੁਹਾਨੂੰ ਅਸੀਂ ਦਿਖਾਉਂਦੇ ਰਹਾਂਗੇ। ਕਾਫਲਿਆਂ ਦੇ ਨਾਲ ਵੀ ਅਸੀਂ ਤੁਰਨਾ ਆ ਤੇ ਦੇਖਦੇ ਰਹੋ ਇਸ ਪੰਜਾਬ ਤੇ ਲੈ ਕੇ ਹਾਜ਼ਰ ਹੋਵਾਂਗੇ ਨਵੀਆਂ ਤਸਵੀਰਾਂ। ਤਦ ਤੱਕ ਮੈਨੂੰ ਦੇ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ ਦੋਸਤੋ।